ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਆਪਾਂ ਖਾਸ ਤੌਰ ਤੇ ਕੈਨੇਡਾ ਦੀ ਗੱਲ ਤਾਂ ਕਰਾਂਗੇ ਹੀ, ਪਰ ਗੱਲ ਕਰਾਂਗੇ ਕੈਨੇਡਾ ਸਕੂਲਿੰਗ ਵੀਜ਼ਾ ਬਾਰੇ। ਜੀ ਹਾਂ, ਤੁਸੀਂ ਅਕਸਰ ਵੇਖਿਆ ਹੋਣਾ ਕਿ ਆਪਾਂ ਸਟੱਡੀ ਵੀਜ਼ਾ ਬਾਰੇ ਗੱਲ ਕਰਦੇ ਹਾਂ, ਸਕੂਲਿੰਗ ਵੀਜ਼ਾ ਬਾਰੇ ਆਪਾਂ ਇੰਨੀ ਗੱਲ ਨਹੀਂ ਕੀਤੀ ਹੁੰਦੀ ਹੈ ਨਾ। ਆਖਿਰ ਕੀ ਹੈ ਸਕੂਲਿੰਗ ਵੀਜ਼ਾ, ਕੌਣ ਇਸ ਦੇ ਲਈ ਅਪਲਾਈ ਕਰ ਸਕਦਾ ਹੈ, ਕੀ ਸਕਸੈਸ ਰੇਟ ਹੈ, ਕੀ ਪ੍ਰੋਸੈਸਿੰਗ ਹੈ, ਇਸ ਦਾ ਪੂਰਾ ਤੁਹਾਨੂੰ ਜੋ ਹੈ ਇਹਦਾ ਸਟਰਕਚਰ ਸਮਝਾਵਾਂਗੇ। ਤੇ ਅੱਜ ਆਪਣੇ ਸਟੂਡੀਓ ਵਿੱਚ ਅਸੀਂ ਖਾਸ ਤੌਰ ਤੇ ਇਸ ਲਈ ਇਨਵਾਈਟ ਕੀਤਾ ਹੈ ਜੀ EIFS ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਮਿਸਟਰ ਲਵਿਸ਼ ਮਹਾਜਨ ਜੀ ਨੂੰ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਖਾਸ ਤੌਰ ਤੇ ਜੋ ਕੈਨੇਡਾ ਸਕੂਲਿੰਗ ਵੀਜ਼ਾ ਦੇ ਉੱਪਰ ਕੰਮ ਕਰਦੇ ਹੋ, ਮੈਂ ਡਿਟੇਲ ਵਿੱਚ ਅੱਜ ਜਾਣਨਾ ਚਾਹਾਂਗੀ ਤਾਂ ਕਿ ਜਿੰਨੇ ਵੀ ਦਰਸ਼ਕ ਸਾਡੇ ਨਾਲ ਸ਼ੋਅ ਦੇ ਜ਼ਰੀਏ ਜੁੜਦੇ ਨੇ ਉਹਨਾਂ ਨੂੰ ਵੀ ਸਕੂਲਿੰਗ ਵੀਜ਼ਾ ਬਾਰੇ ਪੂਰਾ ਪਤਾ ਚੱਲ ਸਕੇ। ਜੀ ਹਰਜੋਤ, ਸਕੂਲਿੰਗ ਵੀਜ਼ਾ ਉਹ ਕੈਟਾਗਰੀ ਹੈਗੀ ਜਦੋਂ ਬੱਚਾ +1 ਤੱਕ ਬਾਹਰ ਪੜ੍ਹਨ ਜਾਣਾ ਚਾਹੁੰਦਾ ਹੈ ਜੀ। ਠੀਕ ਹੈ ਜੀ। ਅਪ ਟੂ +2 ਵੀ ਆਪਾਂ ਕਰ ਸਕਦੇ ਹਾਂ, ਇਨ +2 ਕਲਾਸ ਵਿੱਚ ਵੀ ਕਰ ਸਕਦੇ ਹਾਂ, ਬਟ +2 ਦੇ ਵਿੱਚ ਸਾਨੂੰ ਇਹ ਚੀਜ਼ ਆ ਜਾਂਦੀ ਹੈ, ਵੀਜ਼ਾ ਆਫਿਸਰ ਨੂੰ ਪਤਾ ਕਿ ਬੱਚਾ 1 ਸਾਲ ਤੋਂ ਬਾਅਦ ਆਇਲਸ ਕਰਕੇ ਤਾਂ ਜਾ ਸਕਦਾ ਹੈ। ਤਾਂ 1 ਸਾਲ ਦਾ ਵੇਟ ਕਿਉਂ ਨਹੀਂ ਕਰ ਰਿਹਾ। ਸੋ ਅਪ ਟੂ +1 ਆਪਾਂ ਇਹਨੂੰ ਜੋ ਪ੍ਰੈਫਰ ਕਰਨੇ ਆ। ਠੀਕ ਹੈ। ਕਿਉਂਕਿ ਆਪਾਂ ਹਮੇਸ਼ਾ ਆਪਾਂ ਸਿਰਫ ਫਾਈਲ ਲਗਾਉਣ ਦੀ ਗੱਲ ਨਹੀਂ ਕਰਨੀ, ਆਪਾਂ ਗੱਲ ਕਰਨੇ ਕਿ ਵੀਜ਼ਾ ਦਾ ਸਕਸੈਸ ਰੇਟ ਕੀ ਰਹੇਗਾ। ਵੀਜ਼ਾ ਤਾਂ ਇਸ ਕਰਕੇ +2 ਨੂੰ ਕੰਸੀਡਰ ਨਹੀਂ ਕਰਨਾ। ਬਾਕੀ ਏਜ ਜੋ ਹੈਗੀ ਹੈ ਮਾਈਨਰ ਕੈਟਾਗਰੀ ਦੇ ਵਿੱਚ ਹੈ ਇਹਦੀ 6 ਸਾਲ ਤੋਂ ਲੈ ਕੇ 17 ਸਾਲ ਤੱਕ ਦੀ। ਕੁਝ ਪ੍ਰੋਵਿੰਸਸ ਕੈਨੇਡਾ ਦੇ ਵਿੱਚ 19 ਸਾਲ ਤੱਕ ਦੇ ਬੱਚੇ ਨੂੰ ਵੀ ਮਾਈਨਰ ਕੰਸੀਡਰ ਕਰਦੇ ਆ। ਓਕੇ ਜੀ। ਬਟ ਆ ਟਾਈਮ ਜ਼ਿਆਦਾ ਹੋ ਗਿਆ ਕਿ ਇਸ ਟਾਈਮ ਤੱਕ ਬੱਚੇ +2 ਕਰ ਲੈਂਦੇ ਆ। ਤਾਂ ਇਹਨੂੰ ਆਪਾਂ K ਕੈਟਾਗਰੀ ਵੀਜ਼ਾ ਵੀ ਕਹਿੰਦੇ ਆ। ਜਿਵੇਂ ਫਸਟ ਕਲਾਸ ਦੇ ਵਿੱਚ ਜਾ ਰਿਹਾ K1 ਵੀਜ਼ਾ, 9ਵੀਂ ਦੇ ਵਿੱਚ ਜਾ ਰਿਹਾ K9 ਵੀਜ਼ਾ। ਠੀਕ ਹੈ। ਬੇਸਿਕਲੀ ਜੋ ਸਾਡੇ ਇੰਡੀਆ ਦੇ ਵਿੱਚ ਜਾਂ ਨਾਰਥ ਇੰਡੀਆ ਦੇ ਵਿੱਚ ਜਿਹਦਾ ਨਾਮ ਹੈਗਾ, ਇਹਨੂੰ ਸਕੂਲਿੰਗ ਵੀਜ਼ਾ ਦੇ ਤੌਰ ਤੇ ਜਾਣਿਆ ਜਾਂਦਾ। ਓਕੇ ਜੀ ਬਿਲਕੁਲ। ਤੇ ਕੌਣ ਕਿਹੜੇ ਸਟੂਡੈਂਟਸ ਜੋ ਹੈ ਅਪਲਾਈ ਕਰ ਸਕਦੇ ਨੇ? ਅਗਰ ਆਪਾਂ ਬੋਰਡ ਦੀ ਗੱਲ ਕਰੀਏ, ਸਟੇਟ ਬੋਰਡ ਜਾਂ ਸੈਂਟਰਲ ਬੋਰਡ, ਕਿਹੜੇ ਸਟੂਡੈਂਟਸ ਅਪਲਾਈ ਕਰ ਸਕਦੇ ਨੇ ਇਹਦੇ ਲਈ? ਹਰਜੋਤ ਜੀ ਦੇਖੋ, ਇੱਕ ਗੱਲ ਹੈ ਇਹਦੇ ਵਿੱਚ ਨਾ, ਆਪਾਂ ਬੱਚਾ ਨਹੀਂ ਕੰਸੀਡਰ ਕਰ ਸਕਦੇ ਕਦੇ ਵੀ ਕਿ ਕਿਹੜਾ ਬੱਚਾ ਅਪਲਾਈ ਕਰ ਸਕਦਾ। ਜੀ ਜੀ। ਇੱਥੇ ਆਪਾਂ ਕਰਨਾ ਹੈ ਫੈਮਿਲੀ, ਕਿਹੜੀ ਫੈਮਿਲੀ ਅਪਲਾਈ ਕਰ ਸਕਦੀ ਹੈ। ਓਕੇ ਠੀਕ ਹੈ ਜੀ। ਇੱਥੇ ਸਿਰਫ ਫੈਮਿਲੀ ਔਰ ਫੈਮਿਲੀ ਦੀ ਪ੍ਰੋਫਾਈਲ ਹੀ ਜਾਂਦੀ ਹੈ। ਇਹਦੀ ਜੋ ਫਾਈਲਿੰਗ ਰੈਡੀ ਹੁੰਦੀ ਹੈ ਜਦੋਂ ਆਪਾਂ +2 ਤੋਂ ਬਾਅਦ ਕਰਨੇ ਆ, ਤਾਂ ਉਹਦੇ ਵਿੱਚ ਆਪਾਂ ਦੇਖਿਆ ਹੋਣਾ ਉਹਨਾਂ ਦਾ ਕੀ ਕਹਿੰਦੇ ਬੱਚੇ ਦੇ ਮਾਰਕਸ, ਫਿਰ ਕੋਰਸ ਆਪਾਂ ਰੈਲੇਵੈਂਟ ਲੈਂਦੇ ਆ, ਫਿਰ ਆਇਲਸ ਦਾ ਸਕੋਰ ਨਾਲ ਜਾਂਦਾ ਹੈ, ਚੈੱਕਲਿਸਟ ਦੇ ਅਕੋਰਡਿੰਗਲੀ ਡਾਕੂਮੈਂਟ, ਕਈ ਵਾਰ ਜਿਵੇਂ UK US ਵਿੱਚ LOR MOA ਵਗੈਰਾ ਜਾਂਦੀ ਹੈ। ਠੀਕ ਹੈ। ਔਰ GIC ਜਾਂਦਾ ਹੈ ਕਿ ਬੱਚਾ ਉਧਰ ਗੁਜ਼ਾਰਾ ਕਿੱਦਾਂ ਕਰੇਗਾ ਵੈਰੀ ਫਸਟ ਈਅਰ ਜਾਂ ਸੈਕੰਡ ਈਅਰ ਦੇ ਵਿੱਚ। ਲੇਕਿਨ ਆ ਸਕੂਲਿੰਗ ਵੀਜ਼ਾ ਜੋ ਹੈਗਾ ਇਹਦੇ ਵਿੱਚ ਸਿਰਫ ਫੈਮਿਲੀ ਦੀ ਡਿਟੇਲ ਜਾਂਦੀ ਹੈ, ਪੇਰੈਂਟਸ ਦੀ ਡਿਟੇਲ ਜਾਂਦੀ ਹੈ, ਔਰ ਇਕੱਲੇ ਪੇਰੈਂਟਸ ਦੀ ਨਹੀਂ, ਫੁੱਲ ਫੈਮਿਲੀ ਦੀ। ਓਕੇ। ਬਿਕੋਜ਼ ਸਾਨੂੰ ਇਹ ਸ਼ੋਅ ਕਰਨਾ ਹੁੰਦਾ ਕਿ ਆਪਾਂ ਇੱਥੇ ਫਾਈਨੈਂਸ਼ੀਅਲੀ ਪੈਸਿਆਂ ਵੱਲੋਂ ਇੰਨੇ ਕੈਪੇਬਲ ਹੈਗੇ ਆ ਕਿ ਆਪਾਂ ਆਪਣੇ ਬੱਚੇ ਦੀ ਸਟੱਡੀ ਅਫੋਰਡ ਕਰ ਸਕਦੇ ਹਾਂ। ਠੀਕ ਹੈ। ਕਿਉਂ? ਠੀਕ ਹੈ। ਮਾਈਨਰ ਕੈਟਾਗਰੀ ਦੇ ਅੰਦਰ ਬੱਚਾ ਉੱਥੇ ਜਾ ਕੇ ਕੰਮ ਨਹੀਂ ਕਰ ਸਕਦਾ। ਬਿਲਕੁਲ ਬਿਲਕੁਲ। ਜੋ ਵੀ ਉਹਦੀ ਪੜ੍ਹਾਈ ਦਾ ਖਰਚਾ, ਰਹਿਣ ਖਾਣ ਦਾ ਖਰਚਾ, ਪੀਣ ਦਾ ਖਰਚਾ, ਆਉਣ ਜਾਣ ਦਾ ਸਾਰਾ ਆਪਾਂ ਨੂੰ ਇਹ ਸ਼ੋਅ ਕਰਨਾ ਹੁੰਦਾ ਕਿ ਆਪਾਂ ਇੰਡੀਆ ਤੋਂ ਟ੍ਰਾਂਸਫਰ ਕਰਨਾ ਹੈ। ਠੀਕ ਹੈ। ਠੀਕ ਹੈ। ਇਸ ਕਰਕੇ ਇੱਥੇ ਫੈਮਿਲੀ ਦੀ ਡਿਟੇਲ ਜਾਂਦੀ ਹੈ। ਜੋ ਵੀ ਫੈਮਿਲੀ ਫਾਈਨੈਂਸ਼ੀਅਲੀ ਸਾਊਂਡ ਹੈਗੀ ਹੈ, ਜਿਨ੍ਹਾਂ ਕੋਲ CA ਰਿਪੋਰਟ ਔਰ ਲਾਈਕ ਉਹਨਾਂ ਦੀ ਮੂਵੇਬਲ ਇਮੂਵੇਬਲ, ਜਿਵੇਂ ਆਪਾਂ ਪੰਜਾਬੀ ਚ ਕਹੀਏ ਪੈਲੀ ਹੈਗੀ ਆ, ਘਰ ਹੈਗਾ, ਸ਼ੋਰੂਮ ਹੈਗਾ, ਪਲਾਟ ਹੈਗਾ, ਜਾਂ ਕੋਈ ਜੌਬ ਕਰਦੇ ਆ, ਹਾਈ ਪ੍ਰੋਫਾਈਲ ਦੀ ਜੌਬ ਕਰਦੇ ਆ, ਅੱਛਾ ਪੈਕੇਜ ਦੇ ਵਿੱਚ ਕਰਦੇ ਆ, ਫੈਮਿਲੀ ਇਨਕਮ ਬਹੁਤ ਵਧੀਆ ਹੈਗੀ, ਉਹ ਸਾਰੇ ਇਹਦੇ ਵਿੱਚ ਅਪਲਾਈ ਕਰ ਸਕਦੇ ਆ। ਠੀਕ ਹੈ। ਤੇ ਜਿੰਨੇ ਵੀ ਦਰਸ਼ਕ ਇਹ ਸ਼ੋਅ ਵੇਖ ਰਹੇ ਨੇ, ਅਗਰ ਤੁਸੀਂ ਵੀ ਇਸ ਦੇ ਬਾਰੇ, ਤੁਹਾਡੇ ਮਨ ਵਿੱਚ ਵੀ ਕੋਈ ਸਵਾਲ ਹੈ ਤਾਂ ਸਕਰੀਨ ਤੇ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸ਼ੋਅ ਦੇ ਦੌਰਾਨ, ਤੇ ਸ਼ੋਅ ਤੋਂ ਬਾਅਦ ਵੀ ਤੁਸੀਂ ਇਸੇ ਨੰਬਰ ਦੇ ਉੱਪਰ ਕਾਲ ਕਰਕੇ ਜੋ ਹੈ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਇੱਥੇ ਮੈਂ ਹੁਣ ਤੁਸੀਂ ਕਾਫੀ ਇੰਟਰਸਟਿੰਗ ਲੱਗ ਰਿਹਾ ਇਸ ਦੇ ਬਾਰੇ ਜਾਣਨਾ, ਲੇਕਿਨ ਮੈਂ ਇੱਥੇ ਇੱਕ ਇਸਦੇ ਪਹਿਲਾਂ ਕਿ ਮੈਂ ਇਸ ਦੇ ਰਿਗਾਰਡਿੰਗ ਹੋਰ ਸਵਾਲ ਪੁੱਛਾਂ, ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਲਾਈਕ ਮੈਂ ਨਾਰਮਲੀ ਅਸੀਂ ਕਈ ਸ਼ੋਅਜ਼ ਕਰਦੇ ਹਾਂ, ਉਸ ਦੇ ਵਿੱਚ ਜ਼ਿਆਦਾਤਰ ਸਟੂਡੈਂਟ ਵੀਜ਼ਾ ਨੂੰ ਪ੍ਰਮੋਟ ਕੀਤਾ ਜਾਂਦਾ, ਜੋ ਕਿ ਆਪਾਂ ਕਹਿੰਦੇ ਹਾਂ +2 ਤੋਂ ਬਾਅਦ ਸਟੂਡੈਂਟਸ ਅਪਲਾਈ ਕਰਦੇ ਨੇ। ਤੁਸੀਂ ਖਾਸ ਤੌਰ ਤੇ ਕੈਨੇਡਾ ਸਕੂਲਿੰਗ ਵੀਜ਼ਾ ਦੇ ਉੱਪਰ ਫੋਕਸ ਕਰ ਰਹੀ ਹੈ ਤੁਹਾਡੀ ਕੰਪਨੀ, ਆਖਿਰ ਕਿਉਂਕਿ ਸੁਣਨ 'ਚ ਇਹ ਵੀ ਆਉਂਦਾ ਹੈ ਕਿ ਇੰਨਾ ਰਿਲਾਇਬਲ ਨਹੀਂ, ਆਪਾਂ ਕਹਿ ਸਕਦੇ ਹਾਂ ਕਿ ਇੰਨਾ ਸਕਸੈਸ ਰੇਟ ਇਸਦਾ ਨਹੀਂ ਹੁੰਦਾ, ਕੀ ਸੱਚਾਈ ਹੈ ਇਸ ਦੀ? ਹਰਜੋਤ ਦੇਖੋ, ਇਹਦੇ ਵਿੱਚ ਸਕਸੈਸ ਰੇਟ ਦੀ ਗੱਲ ਕਰਨੇ ਆ ਤੇ ਕਿਹੜਾ ਏਜੰਟ ਜਾਂ ਕਿਹੜਾ ਕੰਸਲਟੈਂਟ ਮੇਜਰ ਵੀਜ਼ਾ ਨੂੰ, ਆਫਟਰ +2 ਵਾਲੇ ਵੀਜ਼ਾ ਨੂੰ ਕਹਿੰਦਾ ਕਿ ਇਹਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ। ਇਹ ਤੁਹਾਨੂੰ ਵੀ ਪਤਾ, ਇਹ ਦਰਸ਼ਕਾਂ ਨੂੰ ਵੀ ਪਤਾ ਹੈਗਾ ਕਿ ਕਿਸ ਕੰਟਰੀ ਵਾਸਤੇ, ਅਕੇਲੀ ਕੈਨੇਡਾ ਦੀ ਗੱਲ ਨਹੀਂ ਕਰਨਾ ਮੈਂ, ਕਿਸ ਕੰਟਰੀ ਵਾਸਤੇ ਕਿੰਨੀਆਂ ਫਾਈਲਾਂ ਲੱਗਦੀਆਂ, ਕਿੰਨੇ ਵੀਜ਼ਾ ਆਉਂਦੇ ਆ। ਬਿਲਕੁਲ। ਅਗਰ ਕੈਨੇਡਾ ਵਿੱਚ 5.5 ਲੱਖ ਸੀਟਾਂ 1 ਸਾਲ ਦੇ ਵਿੱਚ, ਤਾਂ ਨਾ ਕਰਦੇ ਵੀ 80 ਲੱਖ ਫਾਈਲਾਂ ਲੱਗਦੀਆਂ। ਠੀਕ ਹੈ ਜੀ। ਤਾਂ ਫਿਰ ਸਕਸੈਸ ਰੇਟ ਕੀ ਹੈਗਾ? ਬਿਕੋਜ਼ ਕੈਨੇਡੀਅਨ ਗਵਰਨਮੈਂਟ ਨੇ ਪਿੱਛੇ ਕਿਹਾ ਸੀਗਾ, ਸਪਟੈਂਬਰ ਇਨਟੇਕ ਦੇ ਦੌਰਾਨ ਉਹਨਾਂ ਨੇ ਆਪਣਾ ਅਕਤੂਬਰ ਨਵੰਬਰ ਦੇ ਵਿੱਚ ਕਿਹਾ ਸੀ ਕਿ ਸਾਡੇ ਕੋਲ 18.5 ਲੱਖ ਦੇ ਆਸ-ਪਾਸ ਫਾਈਲਾਂ ਪੈਂਡਿੰਗ ਹੈਗੀਆਂ। ਜੀ ਜੀ। ਜਦਕਿ ਉਹਨਾਂ ਕੋਲ ਸਟੂਡੈਂਟ ਵੀਜ਼ਾ ਦੀਆਂ ਜੋ ਸੀਟਸ ਹੈਗੀਆਂ ਤਾਂ 5.5 ਲੱਖ। ਠੀਕ ਹੈ ਜੀ। 1/3 ਤਾਂ ਇੱਧਰ ਹੀ ਹੋ ਗਿਆ ਸੀ। ਬਿਲਕੁਲ ਬਿਲਕੁਲ। ਉਹ ਤਾਂ ਪੈਂਡਿੰਗ ਸੀਗੀਆਂ, ਲੇਕਿਨ 1 ਸਾਲ ਚ ਰਿਫਿਊਜ਼ਲ ਕਿੰਨੇ ਆਏ, ਵੀਜ਼ਾ ਕਿੰਨੇ ਆਏ, ਉਹ ਰੇਟ ਵਿੱਚ ਆਉਂਦਾ। ਠੀਕ ਹੈ। ਹੁਣ ਆ ਗਈ ਗੱਲ ਕਿ ਮਾਰਕੀਟ ਵਿੱਚ ਇਹ ਧਾਰਨਾ ਹੈਗੀ ਹੈ ਕਿ ਸਕੂਲਿੰਗ ਵੀਜ਼ਾ ਤਾਂ ਹੁੰਦਾ ਹੀ ਨਹੀਂ, ਪਹਿਲੀ ਗੱਲ। ਠੀਕ ਹੈ।
ਤਾਂ ਉਹ ਐਮਬੈਸੀ ਦੀ ਸਾਈਟ ਤੇ ਚੈੱਕ ਕਰ ਲੈਣ, ਮਾਈਨਰ ਵੀਜ਼ਾ ਹੈ ਕੈਟਾਗਰੀ ਹੈ, ਇਹਦੀ ਫਾਈਲ ਵੀ ਲੱਗਦੀ ਹੈ ਨੋ ਡਾਊਟ। ਮੇਰੇ ਨਵੰਬਰ ਦੇ ਵਿੱਚ ਜਨਵਰੀ ਇਨਟੇਕ ਦੇ ਵੀਜ਼ੇ ਵੀ ਆਏ ਆ ਜੋ ਬੱਚੇ ਅਪਲਾਈ ਕਰ ਚੁੱਕੇ ਆ। ਸਿਮਰਨਜੋਤ ਇੱਕ ਲੜਕੀ ਨਾਮ ਮੈਨੂੰ ਜੋ ਵਰਬਲੀ ਯਾਦ ਹੈਗਾ, ਤੇ ਉਹ ਵੀ ਫਲਾਈ ਕਰ ਚੁੱਕੀ ਹੈ ਆਪਣੇ ਪਾਪਾ ਦੇ ਨਾਲ। ਠੀਕ ਹੈ। ਹੁਣ ਆ ਗਿਆ ਕਿ ਇਹਦਾ ਕਹਿੰਦੇ ਕਿ ਇਹਦਾ ਸਕਸੈਸ ਰੇਟ ਨਹੀਂ ਹੈਗਾ। ਸਾਡੇ ਵਿੱਚ ਕੀ ਹੈਗਾ ਇੱਥੇ ਕਿ ਆਪਾਂ ਕਰੀਮ ਕੇਸ ਦੇ ਪਿੱਛੇ ਚੱਲਦੇ ਆ। ਆਪਾਂ ਨੂੰ ਹੁੰਦਾ ਕਿ ਬਸ ਫਾਈਲ ਚੱਕੋ ਔਰ ਲਗਾ ਦਿਓ। ਜਿਵੇਂ ਐਸਟੀਐਸ ਕੈਟਾਗਰੀ ਦੀ ਗੱਲ ਕਰਾਂ, ਆਇਲਸ LOLO ਸਾਲ ਦੀ ਫੀ ਟ੍ਰਾਂਸਫਰ ਕਰਵਾਓ ਤੇ GIC ਖਲਵਾਓ, SOP ਲਿਖ ਕੇ ਫਾਈਲ ਲਗਾ ਦਿਓ ਰੈਲੇਵੈਂਟ ਕੋਰਸ ਲੈ ਕੇ। ਇੰਨੀ ਕਰੀ ਮਿਹਨਤ ਹੈਗੀ ਹੈ, ਠੀਕ ਹੈ। ਜੇਕਰ ਨੌਨ ਐਸਟੀਐਸ ਆ ਗਿਆ ਤਾਂ ਕੀ ਕਰਦੇ ਨਾਲ ਫੰਡਸ ਲਗਾਉਂਦੇ ਆ ਆਪਾਂ, ਔਰ ਜੋ ITR ਵਗੈਰਾ ਲਗਾ ਕੇ ਉਹਦੇ ਨਾਲ ਫਾਈਨੈਂਸ਼ੀਅਲ ਦੀ ਚੈੱਕਲਿਸਟ ਪੂਰੀ ਕਰ ਦਿੰਦੇ। ਲੇਕਿਨ ਜਦੋਂ ਉਹਨਾਂ ਕੋਲ ਹੀ ਸਕੂਲਿੰਗ ਦਾ ਕੋਈ ਬੱਚਾ ਜਾਂਦਾ ਹੈ ਤੇ ਉਹਨਾਂ ਦਾ ਕੀ ਕੰਮ ਹੈਗਾ ਕਿ ਸਿਰਫ ਉਹਨਾਂ ਨੇ ਆਪਣੇ ਪ੍ਰੋਸੈਸਿੰਗ ਚਾਰजेस ਲੈਣੇ ਆ, ਲੇਕਿਨ ਫਾਈਲ ਦੇ ਵਾਸਤੇ ਕਿੱਦਾਂ ਫਾਈਲ ਰੈਡੀ ਕਰਨੀ ਹੈ, ਚੈੱਕਲਿਸਟ ਦੇ ਅਕੋਰਡਿੰਗ ਡਾਕੂਮੈਂਟੇਸ਼ਨ ਕਿੱਦਾਂ ਦੀ ਰਹੇਗੀ, ਉਹ ਉਹਦੇ ਉੱਤੇ ਵਰਕਆਊਟ ਨਹੀਂ ਕਰਦੇ। ਕਿਉਂਕਿ ਸਾਡੇ ਵਿੱਚ ਵੀ ਧਾਰਨਾ ਹੈ ਕਿ ਆਪਾਂ ਘੱਟ ਤੋਂ ਘੱਟ ਪੈਸੇ ਵਿੱਚ ਪਹੁੰਚ ਜਾਈਏ। ਸਟੂਡੈਂਟ ਵੀਜ਼ਾ ਨਾਲ ਮਤਲਬ ਹੁੰਦਾ ਪਹੁੰਚ ਜਾਈਏ। ਬਿਲਕੁਲ ਬਿਲਕੁਲ। ਤੇ ਜੀ ਸਾਡੇ ਸੋ ਕਾਲਰਸ ਵੀ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ ਤੇ ਇਹਨਾਂ ਦੀ ਗੱਲ ਸੁਣ ਲੈਂਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? मैं तानिया बात कर रही हूँ। हाँ जी, की सवाल है जी, की सवाल है तानिया थोड़ा? हाँ जी, मैंने यूएसए के रिगार्डिंग पूछना था मैम। एक्चुअली मेरी पहले रिफ्यूजल है एक। अपनी पहले क्वालिफिकेशन भी दस दो। MBA मैम। केड़े ईयर विच? 2018। 18 विच, ओके। रिफ्यूजल कदों आई है ਤੁਹਾਡੀ? मैम 2020 जी। रिफ्यूजल तानिया आपकी जो है वो यूएसए से ही है? हाँ जी सर, यूएसए की है। ओके, तो कौन सा कोर्स वगैरह ने आपने लिया था कुछ? सर मार्केटिंग के रिलेटेड था मेरा प्रोग्राम। मार्केटिंग तो। और MBA किस में है आपकी? सॉरी? MBA में आपकी स्ट्रीम क्या है? MBA में स्पेशलाइजेशन क्या है आपकी? फाइनेंस है सर। तो आपने देखो फाइनेंस में MBA कर रहे हैं, उसके बाद आप मार्केटिंग ले रहे हैं जी। हाँ जी। तो आप यूनिवर्सिटी कौन सी ली थी आपने? यूनिवर्सिटी ऑफ नॉर्थ अमेरिका की थी। ओके, तो आपको रीज़न वगैरह कुछ पता लगा आपके? क्या DS 160 वगैरह आपके सारा क्लियर था आपका? सर वो मुझे यही लगा कि इररिलेवेंट है मेरा कोर्स। तो अब कहाँ जाना चाहते हैं आप? सर यूएसए का ही हो या कनाडा का हो, दोनों में से कोई भी ऑप्शन। आइल्स कर रखी है आपने? सॉरी? आइल्स की है सर, लेकिन मेरे एक में 6.5 है, दो में 6 है और एक में 5.5 है सर। ओके। हाँ जी। देखो, अगर तो आपने आफ्टर MBA कनाडा करना है तो देन आपको आइल्स अपनी दोबारा से रिपीट करनी पड़ेगी। फोकस ऑन 6.5 नॉट लेस देन 6, या ये कहूँगा 7 नॉट लेस देन 6 पे फोकस रखना। लेकिन आफ्टर MBA एक में 5.5, बिकॉज यू आर ऑलरेडी रिफ्यूज फ्रॉम US और आपकी स्टडी भी बहुत ज़्यादा है, तो हम चांस नहीं ले सकते। सेकेंड ऑप्शन ये रहा, गो फॉर, आप अमेरिका में भी दोबारा से अप्लाई कर सकते हैं, लेकिन यूनिवर्सिटी चेंज करके। एक यूनिवर्सिटी ऑफ नॉर्थ अमेरिका कोई बुरी यूनिवर्सिटी नहीं है, अच्छी है, लेकिन हम कम खर्चे के चक्कर में कई बार यूनिवर्सिटीज़ में चूज़ करने में हम वो गलती कर जाते हैं। सो गो फॉर अदर यूनिवर्सिटीज आल्सो जिनकी फ़ीस थोड़ी ज़्यादा हो जी। बिकॉज आप मास्टर्स जा रहे हैं तो उनको ये चीज़ क्लियर है कि आपने अगर MBA की हुई है तो आपके पेरेंट्स ने काफ़ी पैसा खर्च करके आपको पढ़ाई करवाई है, तो US में भी वो खर्च आपका अफोर्ड कर सकते हैं। बिल्कुल। तो अब इसके लिए अगर आपने ज़्यादा इन्फॉर्मेशन चाहिए तो आप हमें अपने डॉक्यूमेंट्स व्हाट्सएप करके असेसमेंट ले सकते हैं कि आपको कौन सी यूनिवर्सिटी वगैरह US में मिल सकती है। और रही कनाडा की बात, देन यू शुड अटेम्प्ट आइल्स अगेन एक बार। जी जी ठीक है सर, मैं इसी नंबर पे कांटेक्ट कर। जी मैम, आप इसी पे कर सकते हैं जी। थैंक यू सो मच जी ਕਾਲ ਕਰਨ ਦੇ ਲਈ। ਬਿਲਕੁਲ। ਸੋ ਕਈ ਤਰ੍ਹਾਂ ਦੀ ਪ੍ਰੋਫਾਈਲਸ ਹੁੰਦੀਆਂ, ਸਟੂਡੈਂਟਸ ਬਹੁਤ ਕਨਫਿਊਜ਼ ਹੁੰਦੇ ਨੇ, ਇਸੇ ਕਰਕੇ ਸ਼ੋਅ ਲੈ ਕੇ ਆਨੇ ਆ ਤੇ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ, ਤੁਹਾਡੇ ਵੀ ਮਨ ਵਿੱਚ ਕੋਈ ਸਵਾਲ ਚੱਲ ਰਿਹਾ ਹੈ ਤਾਂ ਹਿਚਕਿਚਾਓ ਨਾ। ਸਕਰੀਨ ਦੇ ਉੱਪਰ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਤੁਸੀਂ ਜਾਣਕਾਰੀ ਹੋਰ ਜ਼ਰੂਰ ਲੈ ਸਕਦੇ ਹੋ। ਆਪਾਂ ਗੱਲ ਕਰ ਰਹੇ ਸੀ ਸਕੂਲਿੰਗ ਵੀਜ਼ਾ ਬਾਰੇ, ਤਾਂ ਹੁਣ ਆਪਾਂ ਅਗਰ ਗੱਲ ਕਰੀਏ ਕੋਈ ਅਪਲਾਈ ਕਰਨਾ ਚਾਹੁੰਦਾ ਹੋਵੇ ਤਾਂ ਕਦੋਂ ਅਪਲਾਈ ਕਰ ਸਕਦਾ, ਕੀ ਇਹਦਾ ਇਨਟੇਕ ਹੁੰਦਾ ਹੈ ਤੇ ਕੀ ਇਹਦਾ ਪ੍ਰੋਸੀਜਰ ਹੈ? हरजोत मैम इस टाइम अपना ਇਹਦਾ ਮਈ ਅਪ੍ਰੈਲ ਇਨਟੇਕ ਚੱਲ ਰਿਹਾ ਹੈ, ਠੀਕ ਹੈ ਜੀ। ਔਰ ਜੋ ਮੈਨੂੰ ਫਾਈਲ ਪ੍ਰੋਸੈਸਿੰਗ ਦਾ ਟਾਈਮ ਚਾਹੀਦਾ ਐਟਲੀਸਟ 3 ਮੰਥਸ ਦਾ ਸਾਨੂੰ ਟਾਈਮ ਚਾਹੀਦਾ ਹੁੰਦਾ। ਜੀ। ਰੀਜ਼ਨ ਬਿਹਾਈਂਡ ਕੀ ਆ, ਆਫਰ ਲੈਟਰ ਦੇ ਵਿੱਚ ਵੀ ਸੇਮ ਆਂਦਾ ਹੈ, ਦੈਨ ਤੁਹਾਡੀ ਡਾਕੂਮੈਂਟੇਸ਼ਨ ਇਨਵੀਟੇਸ਼ਨ ਪੇਰੈਂਟਸ ਦੇ ਆਂਦਾ ਹੈ, ਬਿਕੋਜ਼ ਇਹਦੇ ਵਿੱਚ ਇੱਕ ਖਾਸੀਅਤ ਹੈ ਕਿ ਆਈਦਰ ਇੱਕ ਪੇਰੈਂਟਸ ਨਾਲ ਜਾ ਸਕਦਾ ਬੱਚੇ ਦੇ ਲੀਗਲ ਗਾਰਡੀਅਨਸ਼ਿਪ ਲੈ ਕੇ। ਔਰ ਉਸ ਤੋਂ ਵੀ ਵੱਡੀ ਗੱਲ ਹੈਗੀ ਹੈ,
ਜੇ ਪੇਰੈਂਟ ਨਹੀਂ ਜਾਣਾ ਚਾਹੁੰਦੇ ਤਾਂ ਐਨੀ ਐਡੀਸ਼ਨਲ ਫੈਮਿਲੀ ਮੈਂਬਰ ਵੀ ਜਾ ਸਕਦਾ ਹੈ ਕੋਈ, ਓਕੇ, ਲਾਈਕ ਬੱਚੇ ਦਾ ਚਾਚਾ, ਤਾਇਆ ਜਾਂ ਮਾਮਾ, ਇਦਾਂ ਕਰਕੇ ਵੀ ਤੁਸੀਂ, ਔਰ ਨੋਟ ਔਨ ਮੇਲ, ਤੁਸੀਂ ਇੱਕ ਫੀਮੇਲ ਨੂੰ ਵੀ ਨਾਲ ਭੇਜ ਸਕਦੇ ਹੋ। ਠੀਕ ਹੈ। ਤੇ ਇਹ ਸਾਰੀ ਡਾਕੂਮੈਂਟਸ ਰੈਡੀ ਕਰਨ ਨੂੰ ਸਾਨੂੰ ਟਾਈਮ ਚਾਹੀਦਾ ਹੁੰਦਾ, ਨੀਅਰ ਅਬਾਊਟ 1 ਮਹੀਨੇ ਦਾ ਟਾਈਮ ਇਹਦੇ ਵਿੱਚ ਲੱਗ ਜਾਂਦਾ, ਤੇ 2 ਮਹੀਨੇ ਦਾ ਆਪਾਂ ਐਮਬੈਸੀ ਨੂੰ ਟਾਈਮ ਦੇਣਾ ਹੁੰਦਾ ਰਿਜ਼ਲਟ ਦੇਣ ਦੇ ਵਾਸਤੇ, ਤਾਂ 3 ਮਹੀਨੇ ਦਾ ਟਾਈਮ ਚਾਹੀਦਾ। ਤਾਂ ਜੋ ਬੱਚੇ ਇਸ ਟਾਈਮ ਜਾਣਾ ਚਾਹੁੰਦੇ ਆ ਤਾਂ ਅਪ੍ਰੈਲ ਇਨਟੇਕ ਇਸ ਟਾਈਮ ਹੈਗਾ, ਅਪ੍ਰੈਲ ਇਨਟੇਕ ਵਾਸਤੇ ਜਨਵਰੀ ਮਹੀਨੇ ਵਿੱਚ ਆਪਣੀ ਫਾਈਲ ਨੂੰ ਪ੍ਰੋਸੈਸ ਕਰਵਾ ਸਕਦੇ ਆ। ਆਪਣਾ ਬੱਚੇ ਦੇ ਵਾਸਤੇ ਅਸੈਸਮੈਂਟ ਲੈ ਕੇ, ਮੇਰੇ ਕੋਲ ਜੋ ਕਾਲਜ ਹੈਗੇ ਆ, ਕਾਲਜ ਇਸ ਲਈ ਕਹਿ ਰਿਹਾ ਮੈਂ ਕਿ ਕਾਲਜ ਦੇ ਹੀ ਕੈਂਪਸ ਦੇ ਵਿੱਚ ਸਕੂਲ ਹੁੰਦੇ ਆ ਕੈਨੇਡਾ ਦੇ ਵਿੱਚ, ਜਿਵੇਂ ਆਪਣੇ ਇੰਡੀਆ ਵਿੱਚ ਵੀ ਹੈਗੇ ਕਿ XYZ ਕਾਲਜ ਹੈਗਾ, ਉਹਨਾਂ ਦਾ ਸਕੂਲ ਵੀ ਹੈਗਾ, ਵੈਨਕੂਵਰ, ਬਰੈਂਪਟਨ, ਟੋਰਾਂਟੋ, ਨੋਵਾ ਸਕੋਸ਼ੀਆ, ਹੈਲੀਫੈਕਸ ਦੇ ਵਿੱਚ ਤੇ ਕਿਊਬਿਕ ਦੇ ਵਿੱਚ, ਇਹਨਾਂ ਵਿੱਚ ਮੇਰੇ ਕੋਲ ਸਕੂਲਸ ਹੈਗੇ, ਓਕੇ, ਜਿੱਥੇ ਤੁਸੀਂ ਬਹੁਤ ਲਿਮਿਟਿਡ ਜੇ ਖਰਚੇ ਦੇ ਵਿੱਚ ਆਪਣੇ ਬੱਚੇ ਨੂੰ ਕੈਨੇਡਾ ਪੜ੍ਹਾ ਸਕਦੇ ਹੋ, ਔਰ ਐਡੀਸ਼ਨਲੀ ਇੱਕ ਜਣਾ ਨਾਲ ਵੀ ਜਾ ਸਕਦਾ ਹੈ। ਜੀ ਬਿਲਕੁਲ, ਔਰ ਇਸ ਦਾ ਮੈਨੂੰ ਲੱਗਦਾ ਹੈ ਅੱਗੋਂ ਜਾ ਕੇ ਵੀ ਫਾਇਦਾ ਹੋ ਜਾਂਦਾ ਹੋਣਾ ਕਿ ਜਦੋਂ ਆਫਟਰ +2 ਉਹਨਾਂ ਨੇ ਅੱਗੋਂ ਕੰਟੀਨਿਊ ਕਰਨੀ ਅਗਰ ਉੱਥੇ ਆਪਣੀ ਸਟੱਡੀ, ਤਾਂ ਉਸ ਦਾ ਬੈਨੀਫਿਟ ਉਹਨਾਂ ਨੂੰ ਮਿਲਦਾ ਹੈ। ਹਾਂ, ਬਹੁਤ ਜ਼ਿਆਦਾ ਬੈਨੀਫਿਟ ਹੈ। ਦੇਖੋ, ਇਹਦਾ ਤੁਹਾਨੂੰ ਮੈਕਸਿਮਮ 4 ਸਾਲ ਦਾ ਵੀਜ਼ਾ ਗ੍ਰਾਂਟ ਹੋਏਗਾ। ਜਿਵੇਂ ਆਪਾਂ ਜੇ 10ਵੀਂ ਕਰ ਰਹੇ +1 ਦੇ ਵਿੱਚ ਜਾਣਾ ਤਾਂ 2 ਸਾਲ ਦਾ ਮਿਲੇਗਾ, ਜਾਂ ਫਿਰ ਆਪਾਂ 6ਵੀਂ ਜਾ ਰਹੇ ਸਾਨੂੰ ਇਨੀਸ਼ੀਅਲੀ 4 ਸਾਲ ਦਾ ਮੈਕਸਿਮਮ ਵੀਜ਼ਾ ਮਿਲਦਾ ਹੈ ਜੀ, ਫਿਰ ਉਹ ਆਪਾਂ ਐਕਸਟੈਂਡ ਕਰਵਾ ਸਕਦੇ ਹਾਂ ਸਟੱਡੀ ਪਰਮਿਟ ਨੂੰ। ਹੁਣ ਜਦੋਂ ਬੱਚੇ ਨੇ +2 ਕਰ ਲਈ, ਸੀਨੀਅਰ ਸੈਕੰਡਰੀ ਕਰ ਲਈ, ਉਹਨੇ ਕਾਲਜ ਲਾਈਫ ਦੇ ਵਿੱਚ ਆ ਰਿਹਾ, ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹਦੀ ਲਾਸਟ ਐਜੂਕੇਸ਼ਨ ਕੈਨੇਡੀਅਨ ਹੋਣ ਕਰਕੇ ਉਹਨੂੰ ਆਇਲਸ ਦੀ ਲੋੜ ਨਹੀਂ ਪਏਗੀ, ਡਾਇਰੈਕਟਲੀ ਕਿਸੇ ਵੀ ਪਬਲਿਕ ਕਾਲਜ ਦੇ ਵਿੱਚ ਲੈ ਸਕਦਾ ਜੀ। ਇਹਦਾ ਇੱਕ ਹੋਰ ਐਡੀਸ਼ਨਲ ਬੈਨੀਫਿਟ ਕੀ ਹੈਗਾ ਕਿ ਜੋ ਇੱਕ ਪੇਰੈਂਟ ਇੱਧਰ ਤੋਂ ਨਾਲ ਜਾ ਰਿਹਾ ਜਾਂ ਜੋ ਕੰਪਨੀ ਨੂੰ ਕਰ ਰਿਹਾ, ਅਗਰ ਉਹ ਆਪਣੀ ਵੀਜ਼ਾ ਸਟੇਟਸ ਚੇਂਜ ਕਰਵਾ ਲੈਂਦਾ ਹੈ ਤਾਂ 3 ਸਾਲ ਉੱਥੇ ਕੰਮ ਕਰਨ ਤੋਂ ਬਾਅਦ ਅਗਰ ਉਹ ਐਲੀਜੀਬਲ ਹੁੰਦਾ ਹੈ, ਸਰਕਮਸਟੈਂਸਿਸ ਔਰ ਜੋ ਚੈੱਕਲਿਸਟ ਹੈ, ਜੋ ਰਿਕੁਆਇਰਮੈਂਟ ਹੈ ਪਰਟੀਕੁਲਰ ਇੱਕ ਪ੍ਰੋਵਿੰਸ ਦੀ, ਉਹਨੂੰ ਪੂਰਾ ਕਰਕੇ PR ਵੀ ਅਪਲਾਈ ਕਰ ਸਕਦਾ ਜੀ। ਯਾਨੀ ਕਿ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਫਾਇਦੇ ਦਾ ਸੌਦਾ ਇਹ ਤੁਹਾਡਾ ਹੋ ਸਕਦਾ ਹੈ। ਬੱਚਾ ਵੀ ਜੋ ਹੈ ਸਿਕਿਉਰਲੀ ਆਪਣੀ ਸਟੱਡੀ ਉੱਥੋਂ ਅੱਗੋਂ ਕਰ ਸਕਦਾ ਹੈ, ਔਰ ਜਿਹੜੇ ਨਾਲ ਜਾਂਦੇ ਉਹਨਾਂ ਲਈ ਵੀ ਇੱਕ ਅੱਛੀ ਓਪਰਚੁਨਿਟੀ ਅਸੀਂ ਜ਼ਰੂਰ ਕਹਿ ਸਕਦੇ ਹਾਂ। ਹੈਲੋ, ਗੁੱਡ ਆਫਟਰਨੂਨ ਮੈਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? मैं आरती बात कर रही हूँ राजस्थान से। हाँ जी, की सवाल है ਤੁਹਾਡਾ? हाँ जी मैम, मेरे को स्कूलिंग वीजा के बारे में पूछना था। ओके, ਦੱਸ ਦਿਓ ਤੁਸੀਂ प्रोफाइल ਦੱਸ ਦਿਓ अगर कुछ पूछना चाहते हो खास तौर पे। मैम मेरी बेटी है, वो 8 साल की है जी। हाँ जी, तो मुझे उसके स्कूलिंग वीजा के बारे में पूछना था। ओके, अभी एट प्रेजेंट कौन सी क्लास में है वो? 3rd में है सर। जी। ओके, हाँ जी, ठीक है। तो बिल्कुल आप आरती, ऐसा है कि आपकी फैमिली बैकग्राउंड मतलब कि आप बिजनेस से हैं या आप सैलरीड हैं, किस तरह की प्रोफाइल है आपकी फैमिली? हाँ जी, तो जो मेरे हस्बैंड है वो मतलब बिजनेस में काम, मतलब उनका बिजनेस अपना। ओके, हाँ जी सर। ठीक है आरती, इसमें हम प्रोसेस कर सकते हैं आपकी गुड़िया की फ़ाइल जो है इसमें कनाडा में स्कूलिंग वीज़ा के लिए। इसमें मैं जैसे पहले भी बता चुका हूँ कि हमें जो एक पूरी फैमिली की इनकम, फैमिली में कौन कौन आता है, मम्मी पापा, दादा दादी, नाना नानी, इनकी क्लब्ड इनकम, फाइनेंशियल्स हमें ये स्ट्रॉन्ग शो करने पड़ते हैं। एक अंदाज़ा बता देता हूँ कि फैमिली इनकम जैसे नियर अबाउट 12 से 14 लाख, 18 लाख, हर प्रोफाइल की अलग अलग होती है। इतनी अगर आपकी फैमिली इनकम है तो आप बिल्कुल परस्यू कर सकते हैं। और सबसे बड़ी बात यह है कि अगर आप अपनी बेटी के साथ चाहते हैं तो आप भी वेरी फर्स्ट डे कनाडा उनके साथ जा सकते हैं। अच्छा सर, जो मैंने एक मार्केट में सुना है, रूमर है कि आई डोंट नो कि स्कूलिंग वीजा तो लगता ही नहीं है। बिल्कुल नहीं लगता है, मैं भी मानता हूँ आपकी बात। देखिए, अगर आप अपनी फैमिली इनकम, जैसे जो मोस्टली पंजाब में बात करूँगा, जो पंजाब में चलता है कि हम किसी भी कंसल्टेंट एजेंट के पास जाते हैं, उसको उसके फाइलिंग चार्जेस देते हैं, हम बताते हैं हमारी फैमिली इनकम 4 लाख है, 5 लाख है। लेकिन कनाडा में 1 साल पढ़ने का स्कूलिंग वीज़ा में और रहने का खर्चा 10 से 11 लाख है। अब जब फैमिली की इनकम ही हमारी 4 साढ़े 4 लाख है तो वीज़ा ऑफिसर कैसे मानेगा कि आप 1 साल का 11 लाख का खर्चा अफोर्ड कर सकते हैं। एटलीस्ट हमें जो खर्चा है उससे 2 से 2.5 गुना फैमिली इनकम शो करनी होती है। जी जी। वैसे आप ये जो इसका फाइलिंग प्रोसेस है वो राज आप निकलवा रहे हो टीवी पे, कोई इशू नहीं है। बट मैं सभी दर्शकों को यही चीज़ कहना चाहूँगा कि जब स्कूलिंग वीज़ा हमने लगाना होता है, पहले भी बोल चुका हूँ, फाइनेंशियली हमारी प्रोफाइल बहुत स्ट्रॉन्ग होनी चाहिए। जब ਆਪਾਂ ਉਦਾਂ ਹੀ ਗੱਲ ਕਰੀਏ 8-9 ਲੱਖ ਜੇ ਸਾਡਾ ਸਾਲ ਦਾ ਰਹਿਣ ਖਾਣ ਦਾ ਖਰਚਾ ਹੈਗਾ ਜੀ ਜੀ ਜੀ, ਤਾਂ ਆਪਾਂ 5 ਲੱਖ ਦੇ ਜੇ ਫਾਰਮ ਲਗਾ ਕੇ ਜੇ ਕਹਿੰਦੇ ਸਾਨੂੰ ਵੀਜ਼ਾ ਲੱਗ ਜਾਵੇ, ਨਹੀਂ ਲੱਗਦਾ। ਔਰ ਇਹ ਗੱਲ ਹੈਗੀ ਹੈ ਕਿ ਜੋ ਏਜੰਟ ਹੁੰਦੇ ਆ ਖਾਸ ਕਰ ਜੋ ਸਕੂਲਿੰਗ ਵੀਜ਼ਾ ਵੀ ਕਰਦੇ ਆ, ਆਪਣਾ 9 ਸੈਕਟਰ ਵੀ ਚੰਡੀਗੜ੍ਹ ਕਰਦੇ ਇੱਕ ਬਹੁਤ ਮਸ਼ਹੂਰ, ਜੀ ਜੀ, 3 ਲੱਖ ਦੇ ਵਿੱਚ, ਤੇ ਉਹਨਾਂ ਦਾ ਕੰਮ ਇਹ ਹੈਗਾ 60,000 ਰੁਪਏ ਆਪਾਂ ਫਾਈਲਿੰਗ ਚਾਰजेस ਪਹਿਲਾਂ ਲੈ ਲਓ ਤੇ ਜੋ ਡਾਕੂਮੈਂਟ ਹੈ ਬਸ ਜਸਟ ਕਲੱਬ ਕਰਕੇ ਲਗਾ ਦਿਓ। ਕਿੰਨੇ ਦਰਸ਼ਕ ਮੇਰੇ ਕੋਲ ਆਏ, ਕਿੰਨੇ ਦਰਸ਼ਕ ਮਤਲਬ ਕਿ ਸਟੂਡੈਂਟਸ ਹੈਗੇ ਜੋ ਮੇਰੇ ਤੋਂ ਪ੍ਰੋਸੈਸ ਕਰ ਰਹੇ, ਜਿਹੜੀਆਂ ਫਾਈਲਾਂ ਵੀ ਅਜੇ ਹੁਣ ਲੱਗ ਰਹੀਆਂ ਮਈ ਇਨਟੇਕ ਦੇ ਵਾਸਤੇ, ਅਪ੍ਰੈਲ ਇਨਟੇਕ ਦੇ ਵਾਸਤੇ, ਉਹ ਜਦੋਂ ਵੀ ਮੇਰੇ ਕੋਲ ਆਉਂਦੇ ਮੇਰੀ ਇੱਕੋ ਸ਼ਰਤ ਹੁੰਦੀ ਹੈ ਹਰਜੋਤ ਕਿ ਪਹਿਲਾਂ ਮੈਂ ਉਹਨਾਂ ਦੀ ਫੈਮਿਲੀ ਇਨਕਮ ਪੁੱਛਣਾ ਹੁੰਦਾ। ਠੀਕ ਹੈ।
ਫੈਮਿਲੀ ਇਨਕਮ ਜੇ ਕੋਈ ਕਹਿ ਦੇਵੇ ਕਿ ਸਰ ਮੈਕਸਿਮਮ 14 ਕੁ ਲੱਖ ਹੈਗੀ ਹੈ, ਕਲੀਅਰ ਕੱਟ ਮੇਰੇ ਵੱਲੋਂ ਟੇਬਲ ਤੇ ਹੀ ਮਨਾ ਹੁੰਦਾ ਕਿ ਨਹੀਂ ਹੋ ਸਕਦਾ। ਮੈਨੂੰ ਐਟਲੀਸਟ ਤੁਸੀਂ 18 ਲੱਖ ਦੀ ਫੈਮਿਲੀ ਇਨਕਮ ਦੋ। ਕੁਝ ਕੰਡੀਸ਼ਨਸ ਦੇ ਵਿੱਚ ਜਿਵੇਂ ਬੱਚਾ +1 ਦੇ ਵਿੱਚ ਜਾ ਰਿਹਾ ਜੀ ਤਾਂ 1 ਸਾਲ ਦੀ ਤਾਂ ਆਪਾਂ ਇਧਰੋਂ ਐਕਸਪੈਂਸ ਪੇ ਕੀਤਾ ਹੈ, 1 ਸਾਲ ਦਾ ਆਪਾਂ ਹੋਰ ਸ਼ੋ ਕਰਨਾ ਹੈ, ਉੱਥੇ ਫੈਮਿਲੀ ਇਨਕਮ ਘਟ ਜਾਂਦੀ ਹੈ ਥੋੜੀ ਜੀ। ਲੇਕਿਨ ਜਦੋਂ ਛੋਟੀ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਤੀਜੀ ਕਲਾਸ ਦੀ ਹੈਗੀ ਤੈਨੂੰ 4 ਸਾਲ ਦਾ ਵੀਜ਼ਾ ਲੱਗੇਗਾ ਤਾਂ ਆਪਾਂ ਫੈਮਿਲੀ ਇਨਕਮ ਉਸ ਹਿਸਾਬ ਦੀ ਸ਼ੋ ਕਰਨੀ ਹੈ ਕਿ ਉਹ 4 ਸਾਲ ਦਾ ਖਰਚਾ ਅਫੋਰਡ ਕਰ ਸਕਦੀ ਹੈ ਫੈਮਿਲੀ ਇੰਡੀਆ ਤੋਂ ਹੀ। ਬਿਕੋਜ਼ ਵੀਜ਼ਾ ਆਫਿਸਰ ਨੂੰ ਚੀਜ਼ ਕਲੀਅਰ ਕਰਨਾ ਬਹੁਤ ਜ਼ਰੂਰੀ ਹੈਗੀ ਹੈ ਕਿ ਆਪਾਂ ਇੰਨੇ ਰੱਜੇ ਪੁੱਜੇ ਹੈਗੇ ਆ, ਫਾਈਨੈਂਸ਼ੀਅਲੀ ਇੰਨੇ ਸਟਰੋਂਗ ਹੈਗੇ ਆ ਕਿ ਆਪਾਂ ਆਪਣੇ ਬੱਚੇ ਦੀ ਫੋਰਨ ਦੀ ਐਜੂਕੇਸ਼ਨ ਨੂੰ ਅਫੋਰਡ ਕਰ ਸਕਦੇ ਹਾਂ। ਜੀ ਬਿਲਕੁਲ। ਸੋ ਗੱਲ ਹੋਈ ਆਂਦੀ ਕਿ ਕੋਈ ਨਵੀਂ ਚੀਜ਼ ਇੱਕਦਮ ਅਸੀਂ ਕਹਿ ਸਕਦੇ, ਹਾਲਾਂਕਿ ਪਹਿਲਾਂ ਤੋਂ ਹੀ ਚੱਲ ਰਿਹਾ ਹੈਗਾ, ਲੇਕਿਨ ਜੋ ਜ਼ਿਆਦਾ ਅਵੇਅਰ ਨਹੀਂ ਨੇ ਲੋਕ, ਉਹਨਾਂ ਨੂੰ ਇਸ ਬਾਰੇ ਜ਼ਿਆਦਾ ਨਹੀਂ ਪਤਾ ਕਿ ਆਖਿਰ ਕੀ ਹੈ ਸਕੂਲਿੰਗ ਵੀਜ਼ਾ। ਇਸੇ ਕਰਕੇ ਇਸ ਸ਼ੋਅ ਦੇ ਜ਼ਰੀਏ ਅਸੀਂ ਖਾਸ ਤੌਰ ਤੇ ਅੱਜ ਸਕੂਲਿੰਗ ਵੀਜ਼ਾ ਦੀ ਹੀ ਗੱਲ ਕਰ ਰਹੇ ਹਾਂ। ਸੋ ਤੁਸੀਂ ਵੀ ਅਗਰ ਜਾਣਨਾ ਚਾਹੋ ਹੋਰ ਡਿਟੇਲ 'ਚ, ਤੁਹਾਡੇ ਮਨ ਵਿੱਚ ਕੋਈ ਸਵਾਲ ਹੋਵੇ ਤਾਂ ਬਾਰ-ਬਾਰ ਮੈਂ ਗੱਲ ਕਰ ਰਹੀ ਹਾਂ ਕਿ ਆਪਣਾ ਸਵਾਲ ਜ਼ਰੂਰ ਰੱਖੋ ਸ਼ੋਅ ਦੇ ਦੌਰਾਨ, ਨਹੀਂ ਤਾਂ ਸ਼ੋਅ ਤੋਂ ਬਾਅਦ ਵੀ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਜ਼ਰੂਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਹਰੇਕ ਗੱਲ ਕਲੀਅਰ ਹੋ ਸਕੇ। ਕਿਉਂਕਿ ਜਿਵੇਂ ਆਪਾਂ ਇਸ ਵਿੱਚ ਆਪਾਂ ਮੇਨਲੀ ਇਹ ਦੇਖ ਰਹੇ ਹਾਂ ਕਿ ਫੰਡਸ ਬਹੁਤ ਜ਼ਰੂਰੀ ਚੀਜ਼ ਹੈ ਕਿ ਕੀ ਰੋਲ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਫੰਡਸ ਦਾ ਹੈ, ਤਾਂ ਹੀ ਤੁਸੀਂ ਅਪਲਾਈ ਕਰ ਸਕੋਗੇ। ਤੇ ਸ਼ਾਇਦ ਇਸੇ ਕਰਕੇ ਮੈਂ ਕਹਿੰਦੀ ਫੇਸ ਟੂ ਫੇਸ ਜਦ ਮਿਲਦੇ ਹੋਣੇ ਕੋਈ, ਤਾਂ ਹੀ ਉਹਨਾਂ ਨੂੰ ਅੱਛੀ ਤਰ੍ਹਾਂ ਸਮਝਾਇਆ ਜਾ ਸਕਦਾ ਡਾਕੂਮੈਂਟਸ ਦੇਖ ਕੇ ਹੀ। ਜੀ ਬਿਲਕੁਲ। ਦੇਖੋ ਇਹਦੇ ਵਿੱਚ ਇਦਾਂ ਹੈਗਾ ਕਿ ਜਿੱਦਾਂ ਮੇਰੇ ਕੋਲ ਕੋਈ ਪੇਰੈਂਟਸ ਵਿਜ਼ਿਟ ਕਰ ਰਿਹਾ ਜੀ, ਹੁਣ ਆਪਣੇ ਇੱਧਰ ਕੁਝ ਗਵਰਨਮੈਂਟ EMPLOYE ਵੀ ਹੁੰਦੇ ਆ, ਬਿਜ਼ਨਸ ਵੀ ਹੈਗੇ ਆ, ਮੋਸਟਲੀ ਜੋ ਹੈਗੇ ਐਗਰੀਕਲਚਰ ਬੈਕਗ੍ਰਾਉਂਡ ਤੋਂ ਹੈਗੇ। ਬਿਲਕੁਲ ਜੀ। ਤਾਂ ਜੇ 3 ਤਰ੍ਹਾਂ ਦੀ ਪ੍ਰੋਫਾਈਲ ਹੈ, ਤਿੰਨਾਂ ਦੇ ਇਨਕਮ ਸੋਰਸ ਅੱਡ-ਅੱਡ ਹੋਣਗੇ, ਬਿਲਕੁਲ ਤਿੰਨਾਂ ਦੀ ਸੇਵਿੰਗ ਵੀ ਅਲੱਗ-ਅਲੱਗ ਤਰ੍ਹਾਂ ਦੀ ਹੋਏਗੀ, ਬਿਲਕੁਲ ਇਨਵੈਸਟਮੈਂਟ ਵੀ ਅਲੱਗ-ਅਲੱਗ ਤਰ੍ਹਾਂ ਦੀ ਹੋਏਗੀ। ਆਬਵੀਅਸਲੀ ਐਗਰੀਕਲਚਰ ਵਾਲੇ ਕੋਲ ਜ਼ਮੀਨ ਜ਼ਿਆਦਾ ਹੋਣੀ ਹੈ, ਬਿਜ਼ਨਸਮੈਨ ਕੋਲ ਸ਼ੋਰੂਮ ਜਾਂ ਪਲਾਟ ਜ਼ਿਆਦਾ ਹੋਣੇ ਆ, ਬਿਲਕੁਲ ਜੋ ਸੈਲਰੀਡ ਹੈ ਉਹਨੇ FDs ਜ਼ਿਆਦਾ ਰੱਖੀਆਂ ਹੋਣੀਆਂ, ਠੀਕ ਹੈ ਜੀ। ਤਾਂ ਹਰ ਚੀਜ਼ ਜੋ ਹੈਗੀ, ਹਰ ਪ੍ਰੋਫਾਈਲ ਨੂੰ ਕਿੱਦਾਂ ਕਲੀਅਰ ਕਰਨਾ, ਉਹ ਟੇਬਲ ਤੇ ਬੈ ਕੇ ਹੀ ਗੱਲ ਹੁੰਦੀ ਹੈ। ਉਹਦੇ ਅਕੋਰਡਿੰਗਲੀ ਸਾਡੀ ਟੀਮ ਉਹਨਾਂ ਨੂੰ ਪ੍ਰੋਪਰਲੀ ਚੈੱਕਲਿਸਟ ਦਿੰਦੀ ਹੈ ਕਿ ਤੁਸੀਂ ਆਹ ਡਾਕ, ਔਰ ਵੈਰੀ ਫਰਸਟ ਡੇ ਜਿਵੇਂ ਤੁਸੀਂ ਆਫਰ ਲੈਟਰ ਵਾਸਤੇ ਪ੍ਰੋਸੈਸ ਕਰਦੇ ਹੋ ਤੁਹਾਨੂੰ ਉਸ ਟਾਈਮ ਹੀ ਚੈੱਕਲਿਸਟ ਦੇ ਦਿੰਦੇ ਆ, ਕਿਉਂਕਿ 20-22 ਦਿਨ ਸਾਨੂੰ ਵੀ ਲੱਗਦੇ ਆ ਸਾਰੀਆਂ ਰਿਸਿਪਟ ਵਗੈਰਾ ਆਉਣ ਨੂੰ, ਸਾਰਾ ਕੁਝ ਇਨਵੀਟੇਸ਼ਨ ਪੇਰੈਂਟਸ ਦਾ ਜੋ ਆਉਂਦਾ ਹੈ ਉਹ ਆਉਣ ਨੂੰ, ਤਾਂ ਉਹਨੇ ਦਿਨ ਨੂੰ ਪੇਰੈਂਟਸ ਨੂੰ ਵੀ ਟਾਈਮ ਮਿਲ ਜਾਂਦਾ ਕਿ ਆਪਾਂ ਜੋ ਡਾਕੂਮੈਂਟ ਦੀ ਚੈੱਕਲਿਸਟ ਹੈ ਸਾਨੂੰ ਪਹਿਲਾਂ ਹੀ ਮਿਲ ਗਈ ਜੀ, ਉਹਦੇ ਅਕੋਰਡਿੰਗਲੀ ਆਰਾਮ ਨਾਲ ਉਹ ਡਾਕੂਮੈਂਟ ਸਾਰੇ ਰੈਡੀ ਕਰ ਲੈਣਾ ਆਪਣੇ। ਜੀ ਬਿਲਕੁਲ। ਸੋ ਕਿਸੇ ਵੀ ਤਰ੍ਹਾਂ ਦੀ ਗਲਤੀ ਨਾ ਹੋਵੇ ਤੁਹਾਡੀ, ਤੇ ਇਸੇ ਕਰਕੇ ਹਰੇਕ ਪੁਆਇੰਟ ਤੁਹਾਡਾ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਮੈਂ ਇਹ ਵੀ ਜ਼ਰੂਰ ਜਾਣਨਾ ਚਾਹੂੰਗੀ ਕਿ ਜਿਵੇਂ ਤੁਸੀਂ ਸਕੂਲਿੰਗ ਵੀਜ਼ਾ ਦੇ ਉੱਪਰ ਸਪੈਸ਼ਲੀ ਕੰਮ ਕਰ ਰਹੇ ਹੋ ਤਾਂ ਕਿੰਨਾ ਕੁ ਰੁਝਾਨ ਅੱਜ ਦੇ ਟਾਈਮ ਵਿੱਚ, ਕਿਉਂਕਿ ਅੱਜ ਕੱਲ੍ਹ ਬਹੁਤ ਚੀਜ਼ਾਂ ਐਡਵਾਂਸ ਹੋ ਚੁੱਕੀਆਂ, ਸਾਰੇ ਪੇਰੈਂਟਸ ਜ਼ਿਆਦਾਤਰ ਅਗਰ ਗੱਲ ਕਰੀਏ ਜਿਨ੍ਹਾਂ ਦੇ ਚੰਗੇ ਬਿਜ਼ਨਸ ਆਪਾਂ ਕਹਿੰਦੇ ਆ ਵੀ ਵਧੀਆ ਜਿਨ੍ਹਾਂ ਦੇ ਕਾਰੋਬਾਰ ਚੱਲਦੇ ਨੇ, ਉਹਨਾਂ ਦੀ ਇੱਛਾ ਹੀ ਹੁੰਦੀ ਹੈ ਕਿ ਸਾਡੇ ਬੱਚਿਆਂ ਨੂੰ ਅਸੀਂ ਬਾਹਰ ਜਿੰਨਾ ਜਲਦੀ ਪੜ੍ਹਾਈਏ। ਕਿੰਨਾ ਕੁ ਰੁਝਾਨ ਵੇਖਣ ਨੂੰ ਮਿਲ ਰਿਹਾ ਕਿ ਪੇਰੈਂਟਸ ਹੁਣ ਫੋਕਸ ਕਰ ਰਹੇ ਨੇ ਸਕੂਲਿੰਗ ਵੀਜ਼ਾ ਦੇ ਉੱਪਰ? ਇਹਦੇ ਵਿੱਚ ਦੇਖੋ ਮੈਮ ਇੱਦਾਂ ਹੈਗਾ ਕਿ ਅਗਰ ਦਿਨ ਦੀਆਂ ਮੈਨੂੰ 40 ਕਾਲਸ ਆਉਂਦੀਆਂ ਸਟੂਡੈਂਟ ਵੀਜ਼ਾ ਤੋਂ ਰਿਲੇਟਡ, ਤਾਂ ਉਹਦੇ ਵਿੱਚ ਨੀਅਰ ਅਬਾਊਟ 28 ਕਾਲਾਂ ਸਕੂਲਿੰਗ ਵੀਜ਼ਾ ਦੀਆਂ ਹੀ ਹੈਗੀਆਂ। ਓਕੇ ਜੀ। ਔਰ ਇੰਟਰਸਟਿਡ ਹੈਗੇ ਆ ਔਰ ਪ੍ਰੋਸੈਸ ਵੀ ਕਰ ਰਹੇ ਆ। ਸਭ ਤੋਂ ਵੱਡੀ ਗੱਲ ਹੈ ਕਿ ਉਹ ਪ੍ਰੋਸੈਸ ਵੀ ਕਰ ਰਹੇ ਆ। ਠੀਕ ਹੈ। ਬਿਕੋਜ਼ ਜਿਵੇਂ ਜੋ ਮੇਰੇ ਹੁਣ ਨਵੰਬਰ ਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਰਿਜ਼ਲਟ ਆਏ ਸੀਗੇ, ਬੱਚੇ ਗਏ ਆ ਜੀ, ਉਹਨਾਂ ਨੂੰ ਦੇਖ ਕੇ ਵੀ ਯੈਸ ਇਹ ਚੀਜ਼ ਕਲੀਅਰ ਹੋਈ ਹੈ ਕਿ ਸਕੂਲਿੰਗ ਵੀਜ਼ਾ ਹੁੰਦਾ ਹੈ ਔਰ ਲੱਗਦਾ ਹੈ ਜੀ। ਲੇਕਿਨ ਪ੍ਰੋਫਾਈਲ ਉੱਥੇ ਘੁੰਮ ਕੇ ਆ ਜਾਂਦੇ। ਮੇਰੇ ਕੋਲ ਕਾਫੀ ਆਉਂਦੇ ਆ ਕਿ ਸਰ ਤੁਸੀਂ ਤਾਂ ਇੰਨਾ ਖਰਚਾ ਦੱਸਿਓ, ਔਨ ਐਂਡ ਐਵਰੇਜ ਮੈਂ ਖਰਚਾ ਦੱਸ ਦਿੰਦਾ, ਜੇ ਸਾਲ ਦਾ ਆਪਾਂ ਮਿਲਾ ਕੇ ਚੱਲੀਏ ਤਾਂ ਸਾਡਾ ਵੀਜ਼ਾ ਲੱਗਣ ਤੋਂ ਪਹਿਲਾਂ ਹੀ 7-8 ਲੱਖ ਦਾ ਖਰਚਾ ਆ ਜਾਂਦਾ ਹੈ। ਠੀਕ ਹੈ। ਹੁਣ ਉਹ ਮੈਨੂੰ ਕਹਿੰਦੇ ਕਿ ਸਰ ਤੁਸੀਂ ਇੰਨਾ ਦੱਸ ਰਹੇ ਹੋ, ਤੇ ਉਹ ਇੱਕ ਹੈਗੇ ਆ ਉਹ ਤਾਂ ਕਹਿੰਦੇ ਵੀ ਆਪਾਂ 3 ਲੱਖ 'ਚ ਹੀ ਕਰਾ ਦੇਣਾ, ਔਰ 3 ਲੱਖ ਦੇ ਵਿੱਚ ਪੇਰੈਂਟ ਦੀ ਵੀ ਹਵਾਈ ਜਹਾਜ਼ ਦੀ ਟਿਕਟ ਹੈ, ਬੱਚੇ ਦੀ ਹਵਾਈ ਜਹਾਜ਼ ਦੀ ਟਿਕਟ ਵੀ ਹੈਗੀ ਹੈ ਜੀ, ਤੇ ਐਮਬੈਸੀ ਫੀਸਾਂ ਵੀ ਹੈਗੀਆਂ, ਆਫਰ ਲੈਟਰ ਦੇ ਚਾਰजेस ਵੀ ਹੈਗੇ ਆ। ਤਾਂ 2 ਲੱਖ ਦੀਆਂ ਟਿਕਟਾਂ ਰੱਖ ਕੇ ਲੱਖ 'ਚ ਕਿਹੜਾ ਵੀਜ਼ਾ ਲੱਗ ਜਾਂਦਾ, ਸਾਰੇ ਬੱਚਿਆਂ ਨੂੰ ਚੀਜ਼ ਕਲੀਅਰ ਹੈ। ਬਟ ਉਹਨਾਂ ਦੀ ਖਾਸੀਅਤ ਕੀ ਹੈ, ਉਹ 25 ਤੋਂ ਲੈ ਕੇ 70,000 ਰੁਪਏ ਆਪਣਾ ਫਾਈਲਿੰਗ ਚਾਰजेस ਪਹਿਲਾਂ ਲੈਂਦੇ ਆ ਵੀਜ਼ਾ ਲੱਗਣ ਤੋਂ। ਓਕੇ ਜੀ। ਲੇਕਿਨ EIFS ਜੋ ਹੈਗਾ ਉਹ ਆਪਣੇ ਫਾਈਲਿੰਗ ਚਾਰजेस ਕਦੇ ਵੀ ਪਹਿਲਾਂ ਨਹੀਂ ਲੈਂਦਾ। ਕੁਝ ਪਾਰਟ ਹੋਏਗਾ ਜ਼ਿਆਦਾ ਜ਼ਿਆਦਾ 8-10,000 ਜਾਂ ਸਰਕਾਰੀ ਖਰਚੇ ਇੰਨਾ ਕਰੀ, ਰੈਸਟ ਪੇਮੈਂਟ ਆਫਟਰ ਵੀਜ਼ਾ ਹੀ ਹੁੰਦੀ ਹੈ ਜੋ ਸਾਡੇ ਫਾਈਲਿੰਗ ਦੇ ਹੈਗੇ ਆ, ਜਾਂ ਸਟੇਸ਼ਨ ਫੀ ਪੇਮੈਂਟ ਵਗੈਰਾ ਹੈਗਾ ਉਹ ਤੇ ਜਾਂਦੀ ਹੈ। ਔਰ ਉਹਦੇ ਵਿੱਚ ਵੀ ਬੱਚਿਆਂ ਕੋਲ ਅਲੱਗ-ਅਲੱਗ ਤਰ੍ਹਾਂ ਦੇ ਸਕੂਲ ਹੈਗੇ ਆ ਕਿ ਮੈਂ ਤੁਹਾਨੂੰ ਦੱਸਦਾ 6 ਲੱਖ ਦੇ ਵਿੱਚ ਵੀ ਤੁਸੀਂ ਪਹੁੰਚ ਸਕਦੇ ਹੋ, 8 ਲੱਖ ਦੇ ਵਿੱਚ ਵੀ ਪਹੁੰਚ ਸਕਦੇ ਹੋ। ਉਹ ਡਿਪੈਂਡ ਕਰਦਾ ਕਿ ਆਪਾਂ ਨੂੰ ਕਿਹੜਾ ਸਕੂਲ ਅਸੈਪਟ ਕਰਦਾ ਔਰ ਕਿਹੜੇ ਸਕੂਲ ਦੇ ਵਿੱਚ ਆਪਾਂ ਜਾ ਰਹੇ, ਕਿਹੜੀ ਲੋਕੇਸ਼ਨ ਤੇ ਜਾ ਰਹੇ। ਠੀਕ ਹੈ ਜੀ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮਾਲਕ ਸਿੰਘ ਬੋਲ ਰਿਹਾ ਜੀ, ਪਟਿਆਲੇ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਆਸਟ੍ਰੇਲੀਆ ਬਾਰੇ ਪੁੱਛਣਾ ਸੀਗਾ ਜੀ। ਓਕੇ ਜੀ। ਪ੍ਰੋਫਾਈਲ ਕੀ ਹੈ ਤੁਹਾਡੀ? 5.5 ਬੈਂਡ ਹੈ ਜੀ, ਆਪਣਾ +2 ਕੀਤੀ ਸੀ ਜੀ 2019 ਚ। ਠੀਕ ਹੈ। ਜਾ ਸਕਦੇ ਆ 5.5 ਬੈਂਡ ਨਾਲ ਆਸਟ੍ਰੇਲੀਆ ਜੀ। ਨੰਬਰ ਕਿੰਨੇ ਕੁ ਹੈਗੇ ਆਪਣੇ ਓਵਰਆਲ, ਪਰਸੈਂਟੇਜ ਕਿੰਨੀ ਕੁ ਹੈਗੀ ਹੈ? ਨੰਬਰ ਹੈਗੇ ਸਰ 65। 60 ਬੋਰਡ ਕਿਹੜਾ ਸੀਗਾ? ਪੰਜਾਬ ਬੋਰਡ ਸਰ। ਪੰਜਾਬ ਬੋਰਡ।
ਹਾਂਜੀ ਦੇਖੋ ਆਸਟ੍ਰੇਲੀਆ ਤੁਸੀਂ ਪ੍ਰੋਸੈਸ ਕਰ ਸਕਦੇ ਹੋ, ਲੇਕਿਨ ਆਪਾਂ ਹਮੇਸ਼ਾ ਜਦੋਂ ਗੱਲ ਕਰਨੇ ਹੁੰਦੇ ਆਪਾਂ ਵੀਜ਼ਾ ਦੇ ਸ਼ੋਰਟ ਦੀ ਗੱਲ ਕਰਨੀ, ਠੀਕ ਹੈ ਬਿਲਕੁਲ ਤੇ ਡਾਵਾਡੋਲ ਚਾਂਸ ਹੈਗੇ ਵੀਜ਼ਾ ਦੇ ਫ੍ਰੈਂਕਲੀ ਸਪੀਕਿੰਗ। ਜੀ ਕਿਉਂ 5.5 ਬੈਂਡ ਜੇ ਤੁਸੀਂ ਫਰੈਸ਼ ਪਾਸ ਆਊਟ ਹੁੰਦੇ ਕੋਈ ਇਸ਼ੂ ਨਹੀਂ ਸੀਗਾ, ਐਲੀ ਕੋਰਸ ਦੇ ਨਾਲ ਆਪਾਂ ਪ੍ਰੋਸੈਸ ਕਰ ਸਕਦੇ ਸੀਗੇ ਔਰ ਮੇਰੀ ਕਾਉਂਸਲਿੰਗ ਦੇ ਵਿੱਚ ਡਾਵਾਡੋਲ ਵਰਡ ਵੀ ਹਟ ਜਾਣਾ ਸੀਗਾ, ਲੇਕਿਨ 19 20 21 22 ਲੱਗ ਪਿਆ। ਆਫਟਰ +2 ਆਪਾਂ ਐਕਸਪੀਰੀਅੰਸ ਵੀ ਸ਼ੋ ਨਹੀਂ ਕਰ ਸਕਦੇ ਜੀ 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 ਠੀਕ ਹੈ, ਇਹ ਐਕਸਪੀਰੀਅੰਸ ਹੁੰਦਾ ਹੀ ਨਹੀਂ ਬੱਚੇ ਕੋਲ, ਸ਼ੋ ਕਰਨ ਦੀ ਗੱਲ ਹੀ ਨਹੀਂ ਹੈਗੀ ਜੀ। ਤਾਂ ਆਈਦਰ ਜਾਂ ਤਾਂ ਤੁਸੀਂ ਇੱਕ ਵਾਰ ਛੇਤੀ ਤੋਂ ਛੇਤੀ ਆਇਲਸ ਜਾਂ ਪੀਟੀ ਅਟੈਂਪਟ ਕਰ ਲਓ, ਨਹੀਂ ਤਾਂ ਗੋ ਫॉर US ਔਰ UK ਉਸ ਸਾਈਡ ਨੂੰ ਕਰ ਲਓ, ਉੱਥੇ ਤੁਹਾਡੇ ਚਾਂਸਸ ਜ਼ਿਆਦਾ ਹੈਗੇ। ਬਟ ਆਸਟ੍ਰੇਲੀਆ ਦੇ ਵਿੱਚ 30-70 ਓਕੇ ਜੀ ਫ੍ਰੈਂਕਲੀ ਜੀ 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 ਠੀਕ ਹੈ। ਹੈਲੋ ਹੈਲੋ ਹਾਂਜੀ ਮੈਂ ਤੁਹਾਡੇ ਐਡ ਦੇਖ ਰਿਹਾ ਸੀ ਟੀਵੀ ਤੋਂ। ਹਾਂਜੀ ਹਾਂਜੀ ਕੀ ਸਵਾਲ ਹੈ ਤੁਹਾਡਾ? ਫਾਈਲ ਬਾਰੇ ਪੁੱਛਣਾ ਸੀ ਜੀ ਕੈਨੇਡਾ ਦੀ। ਹਾਂਜੀ ਦੱਸ ਦਿਓ, ਆਪਣੀ ਪ੍ਰੋਫਾਈਲ ਦੱਸ ਦਿਓ। ਮੈਂ ਮੇਰੇ 6 ਚ ਬੈਂਡ ਹੈ ਜੀ ਤੇ +2 ਪਾਸ ਆਊਟ ਹੈ 2019 ਚ ਜੀ। 19 ਚ ਕਿੰਨੀ ਪਰਸੈਂਟੇਜ ਹੈ? 79 ਹੈ ਜੀ। ਜੀ ਠੀਕ ਹੈ। ਹਾਂਜੀ ਆਪਣੀ +2 ਸਟਰੀਮ ਕਿਹੜੀ ਸੀਗੀ? ਆਰਟਸ ਦੀ ਜੀ। 2019 ਤੋਂ ਬਾਅਦ ਕੀ ਕੀਤਾ? ਕੁਝ ਨਹੀਂ ਫ੍ਰੀ ਰਹੇ ਜੀ, ਲਾਕਡਾਊਨ ਲੱਗ ਗਿਆ ਸੀ। ਤੇ ਲਾਕਡਾਊਨ ਦੇ ਵਿੱਚ ਤਾਂ ਫਾਈਲਾਂ ਵੀ ਲੱਗ ਰਹੀਆਂ ਸੀਗੀਆਂ, ਸਭ ਕੁਝ ਹੋ ਰਿਹਾ ਸੀਗਾ, ਬੱਚੇ ਵੀ ਗਏ ਆ। ਬਸ ਥੋੜੀ ਦਿੱਕਤ ਜੀ ਆ ਰਹੀ ਹੈ। ਅੱਛਾ ਚਲੋ ਫਾਈਨੈਂਸ਼ਲੀ ਦਿੱਕਤ ਆ ਗਈ, ਕੋਈ ਪ੍ਰੋਵਿੰਸ ਵਗੈਰਾ ਦੀ ਚੋਇਸ ਹੈਗੀ ਹੈ ਤੁਹਾਡੀ? ਨਹੀਂ ਸਰ ਕੋਈ ਚੋਇਸ ਨਹੀਂ, ਮੇਰਾ ਵੀਜ਼ੇ ਵਾਲੀ ਫੋਕਸ ਹੈ ਜੀ। ਠੀਕ ਹੈ, ਬਿਲਕੁਲ ਤੁਸੀਂ ਦੇਖੋ ਜਾ ਸਕਦੇ ਹੋ। ਪ੍ਰੋਫਾਈਲ ਤੁਹਾਡੀ ਥੋੜੀ ਜਿਹੀ ਦਿੱਕਤ ਦੇਗੀ ਗੈਪ ਕਰਕੇ, ਉਹ ਸਾਨੂੰ ਜਸਟੀਫਾਈ ਕਰਨਾ ਪੈਣਾ ਔਰ ਆਪਾਂ ਸਿਰਫ SOP ਵਿੱਚ ਹੀ ਕਰ ਸਕਦੇ ਹੋ। ਆਰਟਸ ਦੀ ਤੁਸੀਂ ਇੰਟੀਰੀਅਰ ਡਿਜ਼ਾਈਨ ਹੋ ਗਿਆ, ਕਲਨਰੀ ਆਰਟਸ ਹੋ ਗਏ ਜਾਂ ਫਿਰ ਹੌਸਪਿਟੈਲਿਟੀ ਟੂਰਿਜ਼ਮ ਇੱਦਾਂ ਦੇ ਕੋਰਸ ਲੈ ਕੇ ਚੱਲ ਜਾਓ, ਬਿਕੋਜ਼ ਜੇ ਤਾਂ ਆਪਣੀ ਰੈਗੂਲਰ ਸਟੱਡੀ ਹੁੰਦੀ, ਤੁਸੀਂ ਰੀਸੈਂਟ ਪਾਸ ਆਊਟ ਹੁੰਦੇ, ਫਿਰ ਮੈਂ ਤੁਹਾਨੂੰ ਮੈਥਮੈਟਿਕਸ ਸੀ +2 ਦੇ ਵਿੱਚ, ਤਾਂ ਮੈਂ ਜੇ ਬਿਜ਼ਨਸ ਦੇ ਵਿੱਚ ਜਾਣਾ ਹੋਵੇ ਜਾ ਸਕਦੇ? ਨੋ ਨਹੀਂ ਜਾ ਸਕਦੇ। ਕਾਹਨੂੰ ਰਿਫਿਊਜ਼ਲ ਲੈਣਾ, ਇੱਕ ਤਾਂ ਗੈਪ ਤੁਸੀਂ ਵੈਸੇ ਪਾਇਆ, ਹੁਣ ਫਿਰ ਰਿਫਿਊਜ਼ਲ ਦੀ ਗੱਲ ਕਰਦੇ ਹੋ। ਹਾਂਜੀ ਤਾਂ ਜੇਕਰ ਮੈਂ ਤੁਹਾਨੂੰ ਜੋ ਕੋਰਸ ਮੇਰੇ ਲਈ ਦੇਖੋ ਮੈਂ ਤੁਹਾਨੂੰ ਹੁਣ 3-4 ਕੋਰਸ ਦੱਸਿਆ, ਹੌਸਪਿਟੈਲਿਟੀ ਟੂਰਿਜ਼ਮ, ਕਲਨਰੀ, ਇੰਟੀਰੀਅਰ ਡਿਜ਼ਾਈਨ, ਮੈਥਸ ਹੈਗਾ, ਤੁਸੀਂ ਇੰਟੀਰੀਅਰ ਡਿਜ਼ਾਈਨ ਐਂਡ ਡੈਕੋਰੇਸ਼ਨ ਲੈ ਸਕਦੇ ਹੋ, ਡਰਾਫਟਿੰਗ ਦਾ ਕੋਰਸ ਵੀ ਲੈ ਸਕਦੇ ਹੋ। ਡਰਾਫਟਿੰਗ ਆਉਂਦੀ ਹੈ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਡਰਾਫਟਿੰਗ ਦਾ ਕੋਰਸ ਆਉਂਦਾ, ਇੱਦਾਂ ਦੇ ਕੋਰਸ ਤੁਸੀਂ ਲੈ ਕੇ ਬਿਲਕੁਲ ਜਾ ਸਕਦੇ ਹੋ। ਬਿਜ਼ਨਸ ਦਾ ਤੁਹਾਨੂੰ ਮੈਂ ਪਹਿਲਾਂ ਹੀ ਨਹੀਂ ਦੱਸਿਆ, ਬਿਕੋਜ਼ ਕੰਸਲਟੈਂਟ ਨੂੰ ਕਿਤੇ ਨਾ ਕਿਤੇ ਇੱਕ ਚੀਜ਼ ਪਤਾ ਹੁੰਦੀ ਹੈ ਕਿ ਸਾਡਾ ਇਹਦਾ ਬੱਚੇ ਦਾ ਜੋ ਸਟੂਡੈਂਟ ਦਾ ਹੈਗਾ ਸਕਸੈਸ ਰੇਟ ਕਿੱਥੇ ਜ਼ਿਆਦਾ ਹੋ ਸਕਦਾ। ਤੇ ਜੇਕਰ ਬਿਜ਼ਨਸ ਵੱਲ ਨੂੰ ਹੁੰਦਾ ਮੈਂ ਤੁਹਾਨੂੰ ਪਹਿਲਾਂ ਹੀ ਬਿਜ਼ਨਸ ਦਾ ਕੋਰਸ ਦੱਸ ਦੇਣਾ ਸੀਗਾ। ਤੇ ਹੋਰ ਤੁਹਾਨੂੰ ਜੇ ਮਿਲਣਾ ਹੋਵੇ ਚੰਡੀਗੜ੍ਹ ਆ ਸਕਦੇ? ਬਿਲਕੁਲ ਤੁਸੀਂ ਇੱਕ ਦਿਨ ਪਹਿਲਾਂ ਅਪਾਇੰਟਮੈਂਟ ਲੈ ਕੇ ਬਿਲਕੁਲ ਆ ਸਕਦੇ ਹੋ ਜੀ। ਜੇਕਰ ਤੁਸੀਂ ਸਪੈਸ਼ਲੀ ਮੈਨੂੰ ਹੀ ਮਿਲਣਾ ਹੈ ਤੇ ਆਪਣਾ ਤੁਸੀਂ ਬਿਲਕੁਲ ਆਪ ਕਾਉਂਸਲਰ ਨਾਲ ਗੱਲ ਕਰਕੇ ਆਪਣੇ ਡਾਕੂਮੈਂਟ ਪਹਿਲਾਂ ਭੇਜ ਕੇ ਆਪਾਂ ਅਸੈਸਮੈਂਟ ਕਰਕੇ ਰੱਖੀਏ, ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਇੱਧਰ। ਜੀ ਥੈਂਕ ਯੂ ਸੋ ਮਚ ਜੀ ਸ਼ੋਅ ਵਿੱਚ ਕਾਲ ਕਰਨ ਦੇ ਲਈ। ਬਿਲਕੁਲ ਤੇ ਸਮਾਂ ਸਾਡੇ ਕੋਲ ਹਾਲਾਂਕਿ ਹੋਰ ਨਹੀਂ ਰਹੇਗਾ, ਪਰ ਮੈਂ ਆਸਟ੍ਰੇਲੀਆ ਬਾਰੇ ਵੀ ਤੁਹਾਡੇ ਤੋਂ ਥੋੜਾ ਹੋਰ ਜ਼ਰੂਰ ਜਾਣਨਾ ਚਾਹਾਂਗੀ, ਕਿਉਂਕਿ ਸਵਾਲ ਵੀ ਸਾਡੇ ਕਾਲਰ ਦਾ ਆਇਆ ਸੀ ਤੇ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਸਟੂਡੈਂਟਸ ਦਾ ਰੁਝਾਨ ਵੀ ਆਸਟ੍ਰੇਲੀਆ ਵੱਲ ਕਾਫੀ ਦੇਖਣ ਨੂੰ ਮਿਲ ਰਿਹਾ। ਕਿਹੜੇ ਇਨਟੇਕ ਲਈ ਸਟੂਡੈਂਟਸ ਔਰ ਕਿਹੜੇ ਸਟੂਡੈਂਟਸ ਅਪਲਾਈ ਕਰ ਸਕਦੇ ਨੇ? ਦੇਖੋ ਆਸਟ੍ਰੇਲੀਆ ਵਾਸਤੇ ਆਫਟਰ +2 ਜੋ 2020 ਪਾਸ ਆਊਟ ਹੈ 19 ਆਪਾਂ ਕੁਝ ਚੱਕ ਸਕਦੇ ਹਾਂ, ਸਾਰਿਆਂ ਨੂੰ ਉਹ ਕਰਾਂਗੇ। ਔਰ ਗ੍ਰੈਡ ਆਪਾਂ ਕਹੀਏ ਤਾਂ 18 ਤੋਂ ਪਾਸ ਵਿਦ ਜਸਟੀਫਿਕੇਸ਼ਨ ਜੇ ਤੁਸੀਂ ਹੋ ਜੀ। PT ਆਇਲਸ ਦੇ ਨਾਲ, ਇਹਨਾਂ ਦੋਨਾਂ ਲੈਂਗੁਏਜ ਟੈਸਟ ਦੇ ਬਗੈਰ ਨਹੀਂ ਹੋਏਗਾ। ਔਰ ਯਸ ਇਹਦੇ ਵਿੱਚ ਮੈਂ ਗੱਲ ਹੋਰ ਕਹਿਣਾ, ਆਸਟ੍ਰੇਲੀਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਰੀ ਪੇਮੈਂਟ ਆਫਟਰ ਵੀਜ਼ਾ ਕਰਨੀ ਹੈ ਤੇ ਆਪਾਂ ਸਾਰੀ ਪੇਮੈਂਟ ਆਫਟਰ ਵੀਜ਼ਾ ਵੀ ਕਰ ਸਕਦੇ ਹਾਂ, ਲੇਕਿਨ ਮੈਨੂੰ ਕਹਿਣ ਤੋਂ ਕੋਈ ਗੁਰੇਜ਼ ਨਹੀਂ ਹੈਗਾ। ਜੇ ਆਪਾਂ ਇਨੀਸ਼ੀਅਲੀ ਪੇਮੈਂਟਸ ਕਰਨੇ ਆ, ਐਮਬੈਸੀ ਫੀਸ, ਇੰਸ਼ੋਰੈਂਸ ਚਾਰजेस ਜਾਂ ਕਿਤੇ ਐਪਲੀਕੇਸ਼ਨ ਚਾਰजेस, ਟਿਊਸ਼ਨ ਫੀ, ਅਗਰ ਇਹ ਆਪਾਂ ਪਹਿਲਾਂ ਕਰਕੇ ਦਿੰਨੇ ਆ ਸਾਡਾ ਐਕਸਪੈਂਸ ਘੱਟ ਹੁੰਦਾ ਹੈ। ਜੇ ਅੱਜ ਕੱਲ੍ਹ ਬਹੁਤ ਆ ਰਹੀ ਹੈ ਮਾਰਕੀਟ, ਅੱਜ ਕੱਲ੍ਹ ਸਾਰੇ ਪੈਸੇ ਵੀਜ਼ੇ ਲੱਗਣ ਤੋਂ ਬਾਅਦ। ਹਾਂਜੀ ਤਾਂ ਫਰੈਂਕਲੀ ਸਪੀਕਿੰਗ ਹੈ ਜੋ ਵੀ ਤੁਹਾਡੀ ਫਾਈਲ ਨੂੰ ਇਦਾਂ ਪ੍ਰੋਸੈਸ ਕਰੇਗਾ ਨਾ ਕਰਦੇ ਵੀ ਤੁਹਾਡੇ ਤੋਂ 3-4-5 ਲੱਖ ਦਾ ਲੈ ਕੇ ਚੱਲੇਗਾ। ਜੀ ਆਪਾਂ ਕੋਲ ਦੋਨੋਂ ਆਪਸ਼ਨ ਹੈਗੇ ਆ। ਬੱਚੇ ਨੂੰ ਮੈਂ ਪ੍ਰੈਫਰ ਉਹੀਓ ਕਰਾਂਗਾ, ਸਟੈਪ ਬਾਈ ਸਟੈਪ ਪੇਮੈਂਟ ਸਭ ਤੋਂ ਵਧੀਆ ਹੈਗਾ। ਕੋਈ ਨੁਕਸਾਨ ਨਹੀਂ ਹੁੰਦਾ ਜੇਕਰ EIFS ਤੁਹਾਡੀ ਫਾਈਲ ਫੜਦਾ ਹੈ, ਤੁਹਾਡਾ ਵੀਜ਼ਾ ਦਾ ਰਿਫਿਊਜ਼ਲ ਸਾਹਮਣਾ ਤੁਹਾਨੂੰ ਨਹੀਂ ਕਰਨਾ ਪੈਂਦਾ। ਜੀ ਬਿਲਕੁਲ, ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ, ਅਸੀਂ ਆਪਾਂ ਕੈਨੇਡਾ ਸਕੂਲਿੰਗ ਵੀਜ਼ਾ ਬਾਰੇ ਡਿਟੇਲ ਵਿੱਚ ਗੱਲ ਕੀਤੀ ਹੈ। ਹਰ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ, ਉਮੀਦ ਕਰਦੇ ਹਾਂ। ਨਹੀਂ ਹੋਇਆ ਤਾਂ ਨੰਬਰ ਜੋ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਇਸ ਉੱਪਰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਹ ਖਾਸ ਜਾਣਕਾਰੀ, ਖਾਸ ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀਆਂ। ਤੇ ਉਹਨਾਂ ਦਰਸ਼ਕਾਂ ਤੋਂ ਵੀ ਮਾਫੀ ਮੰਗਾਂਗੇ ਜੋ ਲਗਾਤਾਰ ਕਾਲ ਕਰ ਰਹੇ ਨੇ, ਲੇਕਿਨ ਅਸੀਂ ਕਾਲ ਰਿਸੀਵ ਨਹੀਂ ਕਰ ਪਾ ਰਹੇ, ਸਮੇਂ ਦੀ ਹੋਰ ਇਜਾਜ਼ਤ ਨਹੀਂ ਹੈ ਸਾਡੇ ਕੋਲ। ਸੋ ਅਗਲੇ ਸ਼ੋਅ ਵਿੱਚ ਫਿਰ ਮਿਲਾਂਗੇ ਜੀ, ਹੋਰ ਖਾਸ ਗੱਲਾਂ ਕਰਾਂਗੇ, ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ। ਫਿਲਹਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।